ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਬਿਦ ਕਹਿ ਕਰ ਕਰੁਣਾ ਸਦਨਾ, ਬੈਠੇ ਨਿਕਟ ਨਗਰ ਦੁਖ ਕਦਨਮ। ਆਵਨ ਲਗੇ ਨਗਰ ਨਰ ਨਾਰੀ, ਕਸ਼ਟ ਸਮਾਜਨ ਪਰ ਪਾਪਾਰੀ। ਪਰਮ ਸਨਮਾਨਯੋਗ ਹਾਜ਼ਰਾ ਹਜੂਰ ਜਾਹਰਾ ਜਹੂਰ, ਵਾਲੀ ਕੁਲ ਆਲਮ ਮੁਜਸਮਾਏ ਸਬਦ, ਪਤਿਤ ਪਾਵਨ ਭਗਤ ਵਛਲ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਨਾਂ ਦੀ ਮੁਕੱਦਸ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਸੰਧਿਆ ਦੇ ਦੀਵਾਨਾਂ ਦੇ ਸਮੇਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਪਾਕ ਅਸਥਾਨ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵਿਖੇ ਜੁੜ ਬੈਠੇ ਹਾਂ। ਪਰਮਾਤਮਾ ਨੇ ਕਿਰਪਾ ਕੀਤੀ ਹੈ, ਜੋ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਅਨੁਸਾਰ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚੜਾਈ, ਚੜਿਆ ਸੋਧਨ ਧਰਤ ਲੁਕਾਈ। ਭਾਈ ਗੁਰਦਾਸ ਜੀ ਦੇ ਵਾਕ ਅਨੁਸਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀਆਂ ਉਦਾਸੀਆਂ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਚੱਲ ਰਹੀ ਲੜੀਵਾਰ ਕਥਾ ਦੇ ਅਨੁਸਾਰ ਕੱਲ ਦੇ ਪ੍ਰਸੰਗ ਦੇ ਵਿੱਚ ਸਾਧ ਸੰਗਤ ਦੀ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਸ਼ਬਦ ਉਚਾਰਿਆ ਏ ਤੇ ਬਾਬਰ ਨੇ ਜਦੋਂ ਉਹ ਸ਼ਬਦ ਸੁਣਿਆ ਏ, ਬਾਬਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਿਹਾ ਕਿ ਜਿਹੜਾ ਤੁਸੀਂ ਬਚਨ ਕੀਤੇ ਨੇ ਇਹਨਾਂ ਦੇ ਤੁਸੀਂ ਮੈਨੂੰ ਅਰਥ ਕਰਕੇ ਦੱਸੋ ਤਾਂ ਜੋ ਮੇਰੇ ਮਨ ਦੀ ਨਿਵਰਤੀ ਹੋ ਸਕੇ। ਤੇ ਸਾਧ ਸੰਗਤ ਜੀ ਉਸ ਅਰਥਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੱਲ ਬਾਬਰ ਨੂੰ ਸਮਝਾਉਣਾ ਕੀਤਾ ਸੀ ਕਿ ਜਿਹੜੀਆਂ ਇਸਤਰੀਆਂ ਕਦੀ ਸ਼ਾਨੋ ਸ਼ੌਕਤ ਦੇ ਨਾਲ ਆਪਣੇ ਪਤੀ ਦੇ ਨਾਲ ਬੈਠ ਕੇ ਗਰੀ ਸ਼ੁਹਾਰੇ ਖਾਂਦੀਆਂ ਸਨ, ਜਿਹੜੀਆਂ ਆਨੰਦ ਮਾਣਦੀਆਂ ਸਨ, ਸੇਜਾਂ ਦੇ ਉੱਪਰ ਸੌਂਦੀਆਂ ਸਨ, ਜਿਨ੍ਹਾਂ ਨੇ ਕਦੀ ਧਨ ਦੌਲਤ ਦੀ ਪਰਵਾਹ ਨਹੀਂ ਸੀ ਕੀਤੀ, ਅੱਜ ਉਹ ਤੇਰੀ ਕੈਦ ਦੇ ਅੰਦਰ ਦੁੱਖ ਭੋਗ ਰਹੀਆਂ ਨੇ। ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਦੋਂ ਇਹ ਬਚਨ ਸੁਣੇ ਨੇ ਬਾਬਰ ਨੇ ਤੇ ਬਾਬਰ ਭਾਵੁਕ ਹੋਇਆ ਤੇ ਕੱਲ ਸਾਧ ਸੰਗਤ ਜੀ ਬਾਬਰ ਨੇ ਸਾਰੇ ਜਿਹੜੇ ਕੈਦੀ ਨੇ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਮੰਨ ਕਰਕੇ ਛੱਡਦੇ ਨੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤਾ ਬਾਬਰ ਨੂੰ ਕਿ ਬਾਬਰ, ਇਹ ਜਿੰਨੀ ਵੀ ਧਨ ਦੌਲਤ ਤੂੰ ਇਹਨਾਂ ਲੋਕਾਂ ਦੇ ਕੋਲੋਂ ਇਕੱਤਰ ਕੀਤੀ ਹੈ, ਜਾਂ ਕਿੰਨੀਆਂ ਵੀ ਲੜਾਈਆਂ ਕਰਕੇ ਇਹਨਾਂ ਦੀ ਧਨ ਦੌਲਤ ਤੂੰ ਲੁੱਟੀ ਹੈ, ਉਹ ਸਾਰੀ ਇਹਨਾਂ ਦੇ ਵਿੱਚ ਵੰਡਣੀ ਕਰ। ਤੇ ਬਾਬਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਹ ਬਚਨ ਮੰਨੇ ਨੇ। ਤੇ ਸਾਧ ਸੰਗਤ ਜੀ ਇੱਕ ਹੋਰ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੱਲ ਉਚਾਰਨ ਕੀਤਾ ਸੀ। ਉਹ ਸ਼ਬਦ ਕਿਹੜਾ ਸੀ ਕਿ ਬਾਬਰ ਦੀ ਕੈਦ ਤੇ ਛੁੱਟਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਉਹ ਸਾਰੇ ਲੋਕ ਇੱਕ ਨਗਰ ਦੇ ਵਿੱਚ ਪਹੁੰਚੇ ਨੇ ਜਿੱਥੇ ਕੋਈ ਚਹਿਲ ਪਹਿਲ ਨਹੀਂ, ਉੱਜੜ ਪਈ ਹੋਈ। ਉਹਦੇ ਬਾਬਤ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਕੱਲ ਇੱਕ ਸ਼ਬਦ ਉਚਾਰਿਆ ਸੀ। ਉਹ ਸ਼ਬਦ ਕਿਹੜਾ ਏ? ਕਹਾ ਸੋ ਖੇਲ ਤਬੇਲਾ ਘੋੜੇ, ਕਹਾ ਭੇਰੀ ਸਹਨਾਈ,
कहा सो तेग बंद गा डेरड़, कहा सो लाल कवाई, कहा सो आर सिया मो बंके, ऐथा दिसह नाही, एह जग तेरा तू गोसाई, एक घड़ी मह थापो थापे जार वंड देवे भाई। रहाओ। ਇਹ ਕੱਲ ਸਾਰਾ ਸ਼ਬਦ ਸਾਧ ਸੰਗਤ ਜੀ ਆਪਾਂ ਸਰਵਣ ਕੀਤਾ ਸੀ, ਜਿੱਥੇ ਕੱਲ ਪ੍ਰਸੰਗ ਦੀ ਸਮਾਪਤੀ ਕੀਤੀ ਸੀ। ਆਓ ਅੱਗੇ ਕੀ ਵਾਪਰਦਾ ਏ। ਸੁਰਤੀਆਂ ਬਿਰਤੀਆਂ ਨੂੰ ਕਰੀ ਇਕਾਗਰ ਚਿਤ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਈਏ ਸੀਸ। ਨਿਮਰਤਾ ਦੇ ਘਰ ਦੇ ਵਿੱਚ ਆਈਏ, ਬੁਲਾਈਏ ਫਤਿਹ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਪਈ ਇਸ ਬਿਦ ਕਹਿ ਕਰ ਕਰੁਣਾ ਸਦਨਮ, ਬੈਠੇ ਨਿਕਟ ਨਗਰ ਦੁਖ ਕਦਨਮ। ਹੁਣ ਜਿਹੜੇ ਨਗਰ ਦੇ ਪ੍ਰਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਸੀ, ਜਿੱਥੇ ਕੋਈ ਵੀ ਚਹਿਲ ਪਹਿਲ ਨਹੀਂ ਸੀ, ਉਜਾੜ ਹੀ ਉਜਾੜ ਨਜ਼ਰ ਆ ਰਹੀ ਸੀ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦਇਆ ਦੇ ਘਰ ਦੇ ਵਿੱਚ ਆ ਕਰਕੇ ਉਸ ਨਗਰ ਦੇ ਵਿੱਚ ਚਹਿਲ ਪਹਿਲ ਕਰਨ ਲਈ, ਉਸ ਨਗਰ ਦੇ ਦੁੱਖ ਕਲੇਸ਼ ਦੂਰ ਕਰਨ ਲਈ ਸਾਧ ਸੰਗਤ ਜੀ ਉਹਨਾਂ ਲੋਕਾਂ ਦੇ ਨਾਲ ਉਸ ਅਸਥਾਨ ਤੇ ਡੇਰਾ ਲਾਇਆ ਏ, ਜਿੱਥੇ ਇਹ ਸਾਰਾ ਨਗਰ ਉਜੜਿਆ ਹੋਇਆ ਹੈ। ਆਵਨ ਲੱਗੇ ਨਗਰ ਨਰ ਨਾਰੀ, ਕਸ਼ਟ ਸਮਾਜਨ ਪਰ ਭਾਰੀ। ਤੇ ਸਾਰੇ ਆਦਮੀ, ਸਾਰੀਆਂ ਔਰਤਾਂ ਜਿਹੜੀਆਂ ਉਸ ਨਗਰ ਦੀਆਂ ਸਨ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆ ਰਹੇ ਸਨ, ਜਿਨ੍ਹਾਂ ਤੇ ਸਾਧ ਸੰਗਤ ਜੀ ਬਹੁਤ ਦੁਖਦਾਈ ਸਮਾਂ ਬਣਿਆ ਹੋਇਆ ਸੀ, ਜਿਹੜੇ ਆਪਣੇ ਕੀਤੇ ਹੋਏ ਕਰਮਾਂ ਦੇ ਕਾਰਨ ਦੁੱਖ ਭੋਗ ਰਹੇ ਸਨ। ਕਟੇ ਖਾਨ ਜੈ ਮੇਰੇ ਤਕ ਪਰੇ, ਆਰੁਨ ਤਰਣ ਸ਼੍ਰੋਨਤ ਬੋਟਰੇ। ਤੇ ਜਿਹੜੀ ਸਾਧ ਸੰਗਤ ਜੀ ਮੁਗਲਾਂ ਤੇ ਪਠਾਨਾਂ ਦੀ ਲੜਾਈ ਹੋਈ ਸੀ, ਜਿਸ ਅਸਥਾਨ ਦੇ ਉੱਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹੋਏ ਨੇ, ਉੱਥੇ ਪਠਾਨਾਂ ਦਾ ਜਿਹੜਾ ਟੁਕੜੇ ਟੁਕੜੇ ਹੋਇਆ ਸਰੀਰ ਉਹ ਪਿਆ ਹੋਇਆ ਏ। ਤੇ ਜਿੱਥੇ ਸਾਧ ਸੰਗਤ ਜੀ ਕੋਈ ਵੀ ਉਹਨਾਂ ਨੂੰ ਚੁੱਕ ਨਹੀਂ ਰਿਹਾ। ਆਨਨ ਧੂਰ ਪਰੇ ਜਿਨ ਕੇਰੇ, ਆਮਿਖ ਖਾਦ ਗੀਦ ਰਵਟੇਰੇ। ਤੇ ਜਿਨ੍ਹਾਂ ਦੇ ਚਿਹਰੇ ਧੂੜ ਦੇ ਨਾਲ ਭਾਵ ਕੇ ਮਿੱਟੀ ਉੱਡ ਉੱਡ ਕੇ ਭਰੇ ਹੋਏ ਨੇ, ਜਿਨ੍ਹਾਂ ਨੂੰ ਕੋਈ ਵੀ ਪਹਿਚਾਨ ਨਹੀਂ ਸਕਦਾ। ਤੇ ਸਾਧ ਸੰਗਤ ਜਿਹੜੀਆਂ ਗਿੱਧਾਂ ਨੇ, ਇਹਨਾਂ ਦੇ ਮਾਸ ਖਾ ਰਹੀਆਂ ਨੇ, ਤੇ ਮਾਸ ਖਾ ਖਾ ਕੇ ਉੱਚੀ ਉੱਚੀ ਚੀਕ ਮਾਰ ਰਹੀਆਂ ਹਨ। ਦੋਹਰਾ ਦਾਰੁਨ ਰੂਪ ਬੇਰੂਪ ਭਾ, ਦੇਖਤ ਹੈ ਨਰ ਨਾਰ। ਤੇ ਜਿਹੜੇ ਆਦਮੀ, ਜਿਹੜੀਆਂ ਔਰਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਧ ਸੰਗਤ ਜੀ ਬਾਬਰ ਦੀ ਕੈਦ ਤੋਂ ਛੁੱਟ ਕੇ ਨਾਲ ਪਹੁੰਚੀਆਂ ਨੇ, ਉਹ ਉਸ ਅਸਥਾਨ ਤੇ ਕੀ ਦੇਖਦੀਆਂ ਨੇ ਕਿ ਜਿਹੜੇ ਇਸਤਰੀਆਂ ਜਾਂ ਪੁਰਸ਼ ਉਹਨਾਂ ਪਠਾਨਾਂ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਨੇ, ਉਹਨਾਂ ਦੇ ਕੀ ਹੈ, ਜਿਹੜੇ ਰੂਪੋ ਕੋ ਰੂਪ ਹੋਏ ਸ਼ਕਲ ਨੇ, ਉਹ ਉੱਥੇ ਪਏ ਉਹਨਾਂ ਨੂੰ ਦਿਖ ਰਹੇ ਸਨ। ਕਰਤ ਚਨਾਰੀ ਆਪਨ ਕੀ, ਦਫਨ ਧਰਨ ਮਜਾਰ। ਤੇ ਜਿਨ੍ਹਾਂ ਦੀ ਉਹਨਾਂ ਇਸਤਰੀਆਂ ਨੂੰ ਜਾਂ ਜਿਨ੍ਹਾਂ ਦੀ ਉਹਨਾਂ ਆਦਮੀਆਂ ਨੂੰ ਪਹਿਚਾਨ ਸੀ, ਉਹ ਆਪੋ ਆਪਣੇ ਸਾਖ ਸੰਬੰਧੀਆਂ ਨੂੰ ਉਹਨਾਂ ਦੇ ਵਿੱਚੋਂ ਪਛਾਣ ਕਰਕੇ ਤੇ ਸਾਧ ਸੰਗਤ ਜੀ ਕਹਿੰਦੇ ਨੇ ਕਿ ਦਫਨਾ ਰਹੇ ਸਨ। ਚਾਪਈ ਤੁਰ ਕਹੁ ਤੇ ਸੇ ਸਭ ਦਫਨਾਏ, ਹਿੰਦੂ ਮਰੇ ਜਿਦਾਹ ਕਰਾਏ। ਤੇ ਉਹਨਾਂ ਦੇ ਵਿੱਚ ਜਿੰਨੇ ਵੀ ਮੁਸਲਮਾਨ ਸਨ, ਉਹਨਾਂ ਨੂੰ ਪਛਾਣ ਕਰਕੇ ਸਾਧ ਸੰਗਤ ਜੀ ਦਫਨਾਇਆ ਗਿਆ ਏ। ਤੇ ਜਿੰਨੇ ਹਿੰਦੂ ਉਸ ਲੜਾਈ ਦੇ ਵਿੱਚ ਮਾਰੇ ਗਏ ਨੇ,
ਕਵੀ ਜੀ ਲਿਖਦੇ ਨੇ ਉਹਨਾਂ ਨੂੰ ਪਹਿਚਾਨ ਕਰਕੇ ਉਹਨਾਂ ਦਾ ਜਿਹੜਾ ਸਤਿਕਾਰ ਭਾਵ ਕਿ ਉਹਨਾਂ ਨੂੰ ਸਾੜ ਦਿੱਤਾ ਗਿਆ ਹੈ। ਰੋਵੈ ਬਹੁਰ ਪਰਿਉ ਬੜ ਰੌਰਾ, ਪੀਟਤ ਨਾਰ ਮਿਲੀ ਤੇ ਠੌਰਾ। ਤੇ ਸਾਧ ਸੰਗਤ ਜੀ ਉਸ ਸਥਾਨ ਤੇ ਉੱਚੀ ਉੱਚੀ ਇਸਤਰੀਆਂ ਰੋ ਰਹੀਆਂ ਸਨ, ਸਿਆਪਾ ਕਰ ਰਹੀਆਂ ਸਨ, ਜਿਹਦੇ ਕਾਰਨ ਕੀ ਸੀ, ਉਸ ਨਗਰ ਦੇ ਵਿੱਚ ਬਹੁਤ ਜ਼ਿਆਦਾ ਸ਼ੋਰ ਮਚਿਆ ਹੋਇਆ ਸੀ। ਹਾਏ ਹਾਏ ਓਹ ਓਹ ਕਰਈ, ਮ੍ਰਿਤ ਭਏ ਗੁਣ ਤਿਨਹਿ ਉਚਰਈ। ਤੇ ਸਾਧ ਸੰਗਤ ਜੀ ਮੁਖ ਦੇ ਵਿੱਚੋਂ ਆਵਾਜ਼ਾਂ ਕੀ ਆ ਰਹੀਆਂ ਨੇ, ਉਹ ਇਸਤਰੀਆਂ ਵਿਰਲਾਪ ਦੇ ਕਾਰਨ ਹਾਏ ਹਾਏ ਜਾਂ ਉਹ ਸਾਧ ਸੰਗਤ ਜੀ ਮੂੰਹ ਦੇ ਵਿੱਚੋਂ ਕੱਢ ਰਹੀਆਂ ਨੇ, ਜਿਹੜੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਉਹਨਾਂ ਦੇ ਸਾਥੀ ਦੇ ਨਾਲ ਜਿਹੜੇ ਅਹਿਮਦਾਬਾਦ ਤੋਂ ਛੁੱਟ ਕੇ ਆਏ ਨੇ ਬਾਬਰ ਦੀ ਕੈਦ ਦੇ ਵਿੱਚੋਂ, ਉਹ ਸਾਰੇ ਆਪਣੇ ਕੰਨਾਂ ਦੇ ਨਾਲ ਸੁਣ ਰਹੇ ਹਨ। ਮਿਲ ਇੱਕ ਥਲ ਬਹੁ ਰੋਵਹਿ ਨਾਰੀ, ਬਾਰ ਉਖਾਰ ਦੇਹ ਧਰ ਡਾਰੀ। ਤੇ ਇੱਕ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਕ ਹੋਰ ਕੌਤਕ ਦੇਖਿਆ ਕਿ ਜਿਹੜੀਆਂ ਇਸਤਰੀਆਂ ਨੇ ਉਹ ਆਪਸ ਦੇ ਵਿੱਚ ਮਿਲ ਕਰਕੇ ਬਹੁਤ ਜ਼ਿਆਦਾ ਵਿਰਲਾਪ ਕਰ ਰਹੀਆਂ ਨੇ। ਤੇ ਵਿਰਲਾਪ ਦੇ ਨਾਲ ਨਾਲ ਕੀ ਕਰ ਰਹੀਆਂ ਨੇ ਕਿ ਇੰਨਾ ਦੁੱਖ ਹੈ ਉਹਨਾਂ ਨੂੰ ਕਿ ਕਵੀ ਜੀ ਲਿਖਦੇ ਨੇ ਕਿ ਆਪਣੇ ਜਿਹੜੇ ਸਿਰ ਦੇ ਵਾਲ ਨੇ ਉਹ ਵੀ ਕੱਟ ਕਰਕੇ ਧਰਤੀ ਤੇ ਸੁੱਟ ਰਹੀਆਂ ਹਨ। ਤਨ ਕੋ ਕਰਹਿ ਤਾੜਨਾ ਭਾਰੀ, ਊਚੀ ਬਾਹਿ ਕਰਹਿ ਪੁਕਾਰੀ। ਤੇ ਉਹ ਇਸਤਰੀਆਂ ਸਾਧ ਸੰਗਤ ਜੀ ਜ਼ੋਰ ਦੇ ਨਾਲ ਆਪਣੇ ਹੱਥਾਂ ਦੇ ਨਾਲ ਆਪਣੇ ਸਰੀਰ ਨੂੰ ਪਿੱਟ ਰਹੀਆਂ ਨੇ ਤੇ ਬਾਹਾਂ ਉੱਚੀਆਂ ਕਰ ਕਰਕੇ ਸਾਧ ਸੰਗਤ ਜੀ ਧਾਹਾਂ ਮਾਰ ਰਹੀਆਂ ਹਨ। ਬੜ ਰੌਰਾ ਸੁਣ ਕੈ ਤੇ ਥੰਨਾ, ਬਹੁਰੋ ਸ਼੍ਰੀ ਪ੍ਰਭ ਸ਼ਬਦ ਬਖਾਨਾ। ਹੁਣ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਸਾਰਾ ਰੌਲਾ ਸਾਧ ਸੰਗਤ ਜੀ ਉਸ ਅਸਥਾਨ ਤੇ ਦੇਖਿਆ ਹੈ, ਇਹਨਾਂ ਇਸਤਰੀਆਂ ਦਾ ਦੁੱਖ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੇਖਿਆ ਹੈ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮਨ ਦੇ ਵਿੱਚ ਸਾਧ ਸੰਗਤ ਜੀ ਕਰੁਣਾ ਆਈ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਰੁਣਾ ਦੇ ਵਿੱਚ ਆ ਕਰਕੇ ਇੱਕ ਸ਼ਬਦ ਉਚਾਰਿਆ ਹੈ। ਉਹ ਸ਼ਬਦ ਕੀ ਹੈ? ਜੈਸੇ ਗੋਇਲ ਗੋਇਲੀ, ਤੈਸੇ ਸੰਸਾਰਾ। ਕੂੜ ਕਮਾਵਹਿ ਆਦਮੀ, ਬਾਂਧਹਿ ਘਰ ਬਾਰਾ। ਜਾਗੋ ਜਾਗੋ ਸੂਤੇ ਹੋ, ਚੱਲਿਆ ਵਨ ਜਾਰਾ। ਰਹਾਉ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਇਹ ਸ਼ਬਦ ਉਚਾਰਿਆ ਹੈ ਨਾ ਅਸ਼ਟਪਦੀਆਂ ਦੇ ਵਿੱਚ, ਤੇ ਸਾਧ ਸੰਗਤ ਜੀ ਉਦਾਹਰਣ ਕੀ ਦਿੱਤੀ ਹੈ। ਉਹ ਕਹਿੰਦੇ ਨੇ ਕਿ ਜਿਵੇਂ ਇੱਕ ਗਾਂ ਵਾਲਾ ਏ, ਉਹ ਆਪਣੀਆਂ ਗਾਵਾਂ ਨੂੰ ਚਰਾਉਂਦਾ ਏ, ਪਰ ਉਹ ਜਿਹੜਾ ਉਹ ਮਾਲਕ ਹੈ ਥੋੜੇ ਸਮੇਂ ਲਈ ਹੁੰਦਾ ਏ। ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਵੀ ਹੈ। ਅੱਗੇ ਕਹਿ ਰਹੇ ਨੇ ਕੂੜ ਕਮਾਵਹਿ ਆਦਮੀ, ਬਾਂਧੇ ਘਰ ਬਾਰਾ। ਤੇ ਸਾਧ ਸੰਗਤ ਜੀ ਕੀ ਹੈ, ਜਿਹੜਾ ਆਦਮੀ ਹੈ ਉਹ ਯਤਨ ਕਰਦਾ ਏ ਆਪਣੇ ਘਰ-ਬਾਰ ਪੱਕੇ ਬਣਾਉਣ ਲਈ, ਮਾਇਆ ਕਮਾਉਣ ਲਈ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੂੜ ਕਮਾਵਹਿ। ਕਹਿੰਦੇ ਇਹ ਸਾਰਾ ਝੂਠ ਹੈ, ਕਿਉਂਕਿ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਜਦੋਂ ਆਪਾਂ ਆਸਾ ਦੀ ਵਾਰ ਦਾ ਪਾਠ ਕਰਦੇ ਹਾਂ ਤੇ ਸਾਧ ਸੰਗਤ ਜੀ ਉਹਦੇ ਵਿੱਚ ਪੜ੍ਹਦੇ ਹਾਂ
कूड़ राजा कूड़ प्रजा कूड़ सब संसार। ये गल हुण गुरु नानक देव जी महाराज जी ने उत्थे उच्चारण कीती है ते सारियां नूं साध संगत जी इस शब्द जिहड़ा समझाउणा कीता है। इस बिद शब्द उचार के बैठ रहे गत दान। हुण गुरु नानक देव जी महाराज जी ने जदों ये सारा शब्द साध संगत जी उचारिया है ना, ते शब्द उचारण करन तो बाद बहुत समा उस स्थान ते बैठे रहे ਹਨ। जिसकी करुणा पाए क मन धावन ते चैन। ते अजही किरपा है गुरु नानक देव जी महाराज जी दी। कवि जी लिखते ने कि जिहड़ा इन्हां दी बाणी नूं सुन लैंदा है, जिहड़ा मन करके तन करके गुरबाणी सुन लैंदा है, ਉਹਨੂੰ फिर जिहड़ा जूना दे विच नहीं पैना पैंदा। इस तरह गुरु नानक देव जी महाराज जी ने जदों ये शब्द उचारिया है ते साध संगत जी गुरु नानक देव जी महाराज शब्द उचार करके अगे हुण जिहड़े 9 खंड ने उन्हां दे विच चल पए हन। ते अगे की वापरदा है। जिस मार्ग में हम चल जाही कौन देश आवह इस माई। हुण गुरु नानक देव जी महाराज जिहड़े अस्थान ते अहमदाबाद तो अगे गए ने ते साध संगत जी भाई मरदाना जी ने गुरु नानक देव जी महाराज जी नूं पुछया है, कह की रहे ने कि गुरु जी जिहड़े असीं राह ते चल रहे हैं, जिहड़ा रस्ता असीं तय कर रहे हैं, ये तुहानू पता है कि अगे किहड़ा देश आवेगा जां ओह जिहड़ा देश है किन्नी को दूरी ते है। केतक दिवस में अपने देशा पहुँचेगे भणिए जगदीशा। ते भाई मरदाना जी कहन लगे ने कि गुरु जी होर किन्ना को समा सानू उडीकना पवेगा, किन्ना समा लगेगा जदों असी अपने घर दे विच जा करके अपने पति ते अपने बच्चों नूं मिलना करांगे। सुन कर श्री प्रभ गिरा उचारी बंदर आह कराट अगारी। ते गुरु नानक देव जी महाराज जी ने भाई मरदाना जी का जवाब दिता है। कहते ने मरदानिया थोड़ा अगे जा करके एक बंदर घाट है जिथे आपां रुकांगे। तिस ते लाहर बंदर आवे बाहरो अपनो देश दिसावे। ते इस बंदर तो बाद एक बंदर देश जिहड़ा आवेगा, पाप के एक घाटी तो बाद एक बंदर देश आवेगा। बंदर देश तो बाद की है अपना देश जिहड़ा वो दिखाई देन लग पवेगा। किती दूर प्रभ सदन हमारा मुझे प्रमाण बतावो सारा। ते गुरु नानक देव जी महाराज जी नूं भाई मरदाना फिर पूछन लगा है, कह रहे ने कि गुरु जी साडा घर इथों किन्नी को दूर है, किन्नी को दूरी सानू होर तय करनी पवेगी साडे घर दे विच पहुंचण लई। जिहड़ा पूरा फासला है ना ओदा प्रमाण तुसी ला करके मैनू दसो। बिगसत बोले बचन गुसाई आयो सदन याद तुझ ताई। ते धन गुरु नानक देव जी महाराज मठा जा हसे ने ते हस के अपने साथी भाई मरदाने नूं भला की बोले ने। कहंदे ने मरदानिया हुण तेनू घर दी याद आई, हुण तेनू की है अपने रिश्तेदारां दी याद आ रही, हुण तेनू अपने बच्चों की याद आ रही। साध संगत जी जदों गुरु नानक देव जी महाराज जी ने यह गल कही है
ਤਾਂ ਫਿਰ ਅੱਗੇ ਭਾਈ ਮਰਦਾਨਾ ਜੀ ਹੋਰ ਪ੍ਰਸ਼ਨ ਕੀਤਾ ਹੈ, ਭਾਈ ਲਾਲਸਾ ਮਿਲਨੇ ਕੇਰੀ, ਦੇਹ ਪੁਚਾਏ ਤੁਝੈ ਬਿਨ ਦੇਰੀ। ਤੇ ਕਹਿਣ ਲੱਗੇ ਨੇ ਮਰਦਾਨਿਆ, ਜੇ ਤੇਰੇ ਮਨ ਦੇ ਵਿੱਚ ਤੈਨੂੰ ਪਰਿਵਾਰ ਦੀ ਮਿਲਣ ਦੀ ਇੱਛਾ ਏ, ਜੇ ਤੇਰੇ ਮਨ ਦੀ ਤਾਂਘ ਹੈ ਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਤਾਂ ਤੈਨੂੰ ਛੇਤੀ ਹੀ ਤੇਰੇ ਪਰਿਵਾਰ ਦੇ ਪਾਸ ਪਹੁੰਚਾ ਦਿੰਦੇ ਆ। ਮਿਲਹੁ ਕੁਟੰਬ ਸੰਗ ਹਰ ਖਾਇਆ, ਤਿਨ ਬਿਨ ਬਹੁਤੋ ਕਾਲ ਬਤਾਇਆ। ਤੇ ਆਪਣੇ ਪਰਿਵਾਰ ਨੂੰ ਜਾ ਕੇ ਮਿਲ ਲਈ, ਤੇ ਉਹਨਾਂ ਨੂੰ ਕੀ ਹੈ, ਉਹ ਵੀ ਤੈਨੂੰ ਯਾਦ ਕਰ ਰਹੇ ਨੇ, ਕਿਉਂਕਿ ਤੈਨੂੰ ਘਰੋਂ ਆਏ ਹੋਏ ਨੂੰ ਬਹੁਤ ਸਮਾਂ ਜਿਹੜਾ ਉਹ ਬਤੀਤ ਹੋ ਗਿਆ ਹੈ। ਪ੍ਰਭ ਤੁਮ ਚਲ ਹੋ ਕੇ ਨਾਹੀ ਪੋਨੰ, ਕਰ ਆਏ ਅਬ ਬਹੁਤਾ ਗੌਨੰ। ਮਰਦਾਨੇ ਨੇ ਫਿਰ ਪੁੱਛਿਆ ਏ, ਕਹਿ ਰਿਹਾ ਕਿ ਗੁਰੂ ਜੀ ਮੈਂ ਤਾਂ ਆਪਣੇ ਘਰ ਦੇ ਵਿੱਚ ਚਲਾ ਹੀ ਜਾਵਾਂਗਾ, ਪਰ ਤੁਸੀਂ ਆਪਣੇ ਘਰ ਦੇ ਵਿੱਚ ਜਾਣਾ ਹੈ ਕਿ ਨਹੀਂ, ਕਿਉਂਕਿ ਤੁਹਾਨੂੰ ਵੀ ਬਹੁਤਾ ਸਮਾਂ ਇਹ ਦੇਸ਼ ਵਿਦੇਸ਼ ਫਿਰਦਿਆਂ ਨੂੰ ਹੋਇਆ ਹੈ। ਮਾਤ ਪਿਤਾ ਸੁਤ ਆਦਿਕ ਸਾਰੇ, ਚਹਿਤ ਮਿਲਨ ਕੋ ਅਧਿਕ ਤਿਹਾਰੇ। ਤੇ ਜਿਵੇਂ ਸਾਧ ਸੰਗਤ ਜੀ ਇੱਕ ਪਿਆਸਾ ਹੈ, ਉਹਦਾ ਮਨ ਪਾਣੀ ਨੂੰ ਲਲਚਾਉਂਦਾ ਹੈ ਨਾ, ਇਸੇ ਤਰ੍ਹਾਂ ਹੁਣ ਭਾਈ ਮਰਦਾਨਾ ਜੀ ਕਹਿ ਰਹੇ ਨੇ ਕਿ ਤੁਹਾਨੂੰ ਘਰ ਤੋਂ ਬਾਹਰ ਆਇਆਂ ਨੂੰ ਬਹੁਤ ਸਮਾਂ ਹੋਇਆ ਏ, ਤੇ ਤੁਹਾਡੇ ਘਰ ਦੇ ਵਿੱਚ ਜਿਹੜੇ ਤੁਹਾਡੇ ਮਾਤਾ ਨੇ, ਜਾਂ ਤੁਹਾਡੇ ਘਰ ਦੇ ਵਿੱਚ ਜਿਹੜੇ ਤੁਹਾਡੇ ਪਿਤਾ ਨੇ ਜਾਂ ਭੈਣ ਭਾਈ ਨੇ, ਉਹ ਸਾਰੇ ਤੁਹਾਨੂੰ ਮਿਲਣ ਲਈ ਪਿਆਸੇ ਹਨ। ਸ੍ਰੀ ਗੁਰ ਭਣੈ ਹਮ ਹੀ ਕਰਤਾਰਾ, ਲੈ ਜਾਵਹਿ ਜਬ ਜਾਏ ਅਗਾਰਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਰਦਾਨੇ ਦੀ ਗੱਲ ਨੂੰ ਨਕਾਰਿਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਨੇ ਕਿ ਜਿਸ ਵੇਲੇ ਕਰਤਾਰ ਸਾਨੂੰ ਲੈ ਜਾਵੇਗਾ ਨਾ, ਜਦੋਂ ਕਰਤਾਰ ਦੀ ਮਰਜ਼ੀ ਹੋਵੇਗੀ, ਜਦੋਂ ਉਸ ਕਰਤਾਰ ਦੀ ਰਜ਼ਾ ਹੋਵੇਗੀ, ਉਹ ਪ੍ਰਮਾਤਮਾ ਸਾਨੂੰ ਆਪ ਹੀ ਸਾਡੇ ਘਰ ਵਾਲੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਨਾਲ ਮਿਲਾ ਦੇਵਾਗਾ। ਤੂੰ ਜੋ ਚਾਹੇ ਤੁਮ ਤੂਰਨ ਜਾਓ, ਜਾਹੋ ਸਦਨ ਖਿਨ ਮੈਂ ਪਹੁੰਚਾਓ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ, ਮਰਦਾਨਿਆ ਜੇ ਤੂੰ ਚਾਹੁੰਦਾ ਹੈ ਕਿ ਮੈਂ ਤੁਰੰਤ ਜਾ ਕੇ ਆਪਣੇ ਪਰਿਵਾਰ ਨੂੰ ਮਿਲਾਂ ਤੇ ਘਰ ਦੇ ਵਿੱਚ ਜਾ ਕਰਕੇ ਸੁੱਖ ਪ੍ਰਾਪਤ ਕਰਾਂ, ਤੇ ਜੇ ਤੇਰੇ ਮਨ ਦੀ ਇਹ ਇੱਛਾ ਏ ਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਤਾਂ ਅਸੀਂ ਤੈਨੂੰ ਹੁਣੇ ਹੀ ਤੇਰੇ ਘਰ ਦੇ ਵਿੱਚ ਪਹੁੰਚਾ ਦਿੰਦੇ ਹਾਂ। हे प्रभु मैं तुम संग सुहेला, अब मुझ देवन लगे तकेला। ਹੁਣ ਮਰਦਾਨਾ ਸਾਧ ਸੰਗਤ ਦੀ ਲਾਈਨ ਤੇ ਆਇਆ ਹੈ। ਮਰਦਾਨਾ ਕਹਿਣ ਲੱਗਾ ਏ ਕਿ ਗੁਰੂ ਜੀ ਮੈਂ ਜਿੰਨਾ ਚਿਰ ਵੀ ਹਾਂ ਨਾ ਤੁਹਾਡੇ ਨਾਲ ਰਵਾਂਗਾ ਤੇ ਸੁਖੀ ਹਾਂ, ਤੇ ਹੁਣ ਤੁਸੀਂ ਮੈਨੂੰ ਧਕੇਲਣ ਲੱਗੇ ਹੋ, ਹੁਣ ਤੁਸੀਂ ਮੇਰਾ ਸਾਥ ਛੱਡਣ ਨੂੰ ਫਿਰਦੇ ਹੋ। ਤੇ ਸਾਧ ਸੰਗਤ ਜੀ ਹੁਣ ਇਹ ਜਦੋਂ ਬਚਨ ਕਹੇ ਨੇ ਨਾ ਭਾਈ ਮਰਦਾਨੇ ਨੇ, ਤੇ ਅੱਗੇ ਫਿਰ ਕਹੇ ਨੇ, ਕਹਿੰਦੇ ਤੁਮ ਬਿਨ ਕੈਸੇ ਜਾਓ ਨ ਸਦਨੰ, ਰਹੋ ਪ੍ਰਸੰਨ ਬਿਲੋਕਤ ਬਦਨੰ। ਕਹਿੰਦੇ ਨੇ ਮੈਂ ਤੁਹਾਡੇ ਤੋਂ ਬਿਨਾ ਘਰ ਕਿਵੇਂ ਜਾਵਾਂ, ਕਿਉਂਕਿ ਮੈਂ ਜਦੋਂ ਤੁਹਾਡਾ ਮੁਖ ਦੇਖਦਾ ਹਾਂ ਤੇ ਮੈਨੂੰ ਖੁਸ਼ੀ ਮਿਲਦੀ ਹੈ, ਤੇ ਜੇਕਰ ਮੈਂ ਤੁਹਾਡਾ ਮੁਖ ਨਾ ਦੇਖਾਂ ਤਾਂ ਮੈਨੂੰ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਹਮ ਨਾ ਤਕੇਲਾ ਕੈਸੇ ਦੇ, ਤਾਮ ਆਪ ਪੈ ਜਾਦ ਕਰੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਅਸੀਂ ਤੈਨੂੰ ਧੱਕਾ ਨਹੀਂ ਦੇ ਰਹੇ,
ਅਸੀਂ ਤੈਨੂੰ ਆਪਣਾ ਸਾਥ ਛੱਡਣ ਲਈ ਨਹੀਂ ਕਹਿ ਰਹੇ, ਤੂੰ ਖੁਦ ਤਾਂ ਕਹਿ ਰਿਹਾ ਕਿ ਮੇਰਾ ਮਨ ਜਿਹੜਾ ਹੈ ਉਹ ਘਰ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਕਰ ਰਿਹਾ ਹੈ ਤੇ ਮੈਨੂੰ ਆਪਣੇ ਘਰ ਦੀ ਯਾਦ ਜਿਹੜੀ ਉਹ ਆ ਰਹੀ ਹੈ। या तुझे पुचावण हेता हम न भाख्यो जाहे न कीता। ते तेनू घर पहुंचाउण लई असी इसे करके आख्या है कि जा अपने घर नू जा ते अपने परिवारक मैंबरां नू मिल करके खुशी जिहड़ी वो प्राप्त कर। दोहरा हाउ तो सुभायक बूझियो जाद न कीनो ताम। ते मर्दाने ने कहा है कि गुरु जी मैं तो तुहानू सह सुभा ही पुछिया सी, मैनू कोई घर दी याद नहीं सी आ रही, मैं तो वैसे तुहानू पूछ रहा सी। मोह टूट मोरा गयो श्री प्रभ तो पद शाम। ते जदों तो मैं तुहाडी शरण दे विच आया हाँ उदों तो ही मेरा जिहड़ा मोह है वो मेरे परिवारक मैंबरां तो टुट गया सी। चाओ पई जित को रावर चलहो अगारी तिस ही दिश में जाओ पिछारी। हुण ते जिवें तुसी जिथे जाओगे जिथे भी तुसी जाके रहना करोगे मैं उस स्थान ते तुहाडे पिछे पिछे जावांगा, कदी भी तुहाडा जिहड़ा साथ वो नहीं छड्डांगा। अब न छोड़ो संग तुम्हारा तुम करुणा ते सर्ब निहारा। हुण मैं तुहाडा संग क्यों करांगा, क्योंकि तुहाडी मेरे ते इन्नी कृपा है कि मैं ये सारा जिहड़ा देश है भाव के ये दुनिया दे जो हालात है वो तुहाडी कृपा दे नाल सारे तक ले हन। सुने खंड नौ जंबू दीपा सो दिखाओ बेदी कुल टीका। ते साध संगत जी हुण भाई मर्दाना जी कहन लगे ने कि गुरु जी जेड़े जंबू दीप दे विच 9 खंड ने जेड़े मैं अपने कन्ना तो सुने हन, किरपा करके जे तुसी ओ सानू दिखाउणा करो। तिन ही बिलोकन की अभिलाखा तुम समराथ पुरो सब कांखा। ते साडे मन दे विच उन्हां खंडां नूं वेखण दी चाह है ते तुसी सर्ब कला समराथ हो, सुखां दे दाते हो, बेदी कुल दे दीपको, तुसी सानू उस स्थान ते पहुंचा सकदे हो। सुनियो श्री गुर बैन अलायो कहियो न तोरो जात हटायो। ते जदों गुरु नानक देव जी महाराज जी ने अपने निजी साथी भाई मर्दाना जी दे बचन सुने ने ते गुरु नानक देव जी महाराज जी ने बचन कीते ने कि मर्दाने मैं तेरे बचन किवें मोड़ सकता हाँ, क्योंकि तू ते मेरा निजी साथी है। ते नहीं चल नव खंड जे तुझे दिखावे कर हो सैल जेती मन पावे। ते चल आ मेरे नाल चलना कर, जेड़ी तेरे मन दे विच इच्छा है ना 9 खंडां दी आ मैं तेनू दिखावां। ते जिन्ने भी मन पाउंदी सैर है उन्हां 9 खंडां दे विच तू अपनी मर्जी दे अनुसार कर लेना। आस गमन कियो जगन्नाथा मुझ मर्दाने कोले साथा। हुण भाई बाला जी कह रहे ने कि जगत दे मालक धन गुरु नानक देव जी महाराज मैनू ते साथी भाई मर्दाना जी नू नाल लैके उन्हां 9 खंडां दे वल लै तुरे हन।
खंड इलाव्रत जिह को नामो, तिह मैं तूरन गे सुख धामो। हुण गुरु नानक देव जी महाराज उत्थे पहुंचे ने ਜਿਹੜੇ ਖੰਡ ਦਾ ਨਾਮ ਇਲਾਵਰਤ ਖੰਡ ਹੈ। ਕੋਟਕ ਸ਼ੇਰ ਹੁਤੋ ਇਕ ਥਾਈ, ਜਾਏ ਤਹਾਂ ਬੈਠੇ ਗੋਸਾਈ। ਹੁਣ ਜਿਸ ਅਸਥਾਨ ਭਾਵ ਕਿ ਇਲਾਵਰਤ ਖੰਡ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ, ਕਵੀ ਜੀ ਲਿਖਦੇ ਨੇ ਕਿ ਉਸ ਅਸਥਾਨ ਤੇ ਕੁੱਲ 1 ਕਰੋੜ ਜਿਹੜੇ ਸ਼ੇਰ ਸਨ, ਜਿਨ੍ਹਾਂ ਦੇ ਵਿੱਚ ਜਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਡੇਰਾ ਜਮਾਇਆ ਏ। ਮਰਦਾਨੇ ਤੇ ਸ਼ਬਦ ਪੜਾਇਓ, ਊਚੇ ਸੁਰ ਸੋ ਰਾਗ ਗਵਾਇਓ। ਤੇ ਸਾਧ ਸੰਗਤ ਜੀ ਮਰਦਾਨੇ ਦੇ ਕੋਲੋਂ ਰਵਾਬ ਛੜਾਈ ਹੈ ਤੇ ਮਰਦਾਨੇ ਨੂੰ ਕਿਹਾ ਹੈ, ਮਰਦਾਨਿਆ ਬਾਣੀ ਆਈ ਹੈ, ਰਵਾਬ ਵਜਾ। ਤੇ ਜਦੋਂ ਸਾਧ ਸੰਗਤ ਜੀ ਮਰਦਾਨੇ ਨੇ ਰਵਾਬ ਵਜਾਈ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉੱਚੀ ਸੁਰ ਦੇ ਵਿੱਚ ਸ਼ਬਦ ਪੜਿਆ ਏ। ਸੁਣਿਓ ਸ਼ਬਦ ਸੋ ਸਿੰਘਨ ਜਬ ਹੀ, ਉਰ ਨਿਰਮਲ ਤਿਨ ਕੇ ਪੇ ਤਬ ਹੀ। ਤੇ ਸਾਧ ਸੰਗਤ ਜੀ ਜਦੋਂ ਸ਼ਬਦ ਪੜਿਆ ਗਿਆ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸ਼ਬਦ ਪੜਦਿਆਂ ਸਾਰੀ ਉਹ ਸ਼ੇਰਾਂ ਨੇ ਜਦੋਂ ਸਾਧ ਸੰਗਤ ਜੀ ਸ਼ਬਦ ਸੁਣਿਆ ਹੈ ਤੇ ਕਵੀ ਜੀ ਲਿਖਦੇ ਨੇ ਉਹਨਾਂ ਸ਼ੇਰਾਂ ਦੇ ਜਿਹੜੇ ਜਦੋਂ ਉਹਨਾਂ ਨੇ ਸ਼ਬਦ ਸੁਣਿਆ ਹੈ, ਹਿਰਦੇ ਮਨ ਦੇ ਜਿਹੜੇ ਉਹ ਪਵਿੱਤਰ ਹੋ ਗਏ ਹਨ। ਮਿਲ ਸਭ ਆਏ ਸੀਸ ਝੁਕਾਇਓ, ਵੈਸੇ ਜਬ ਗੁਰ ਬਚਨ ਆਲਾਇਓ। ਹੁਣ ਸਾਰੇ ਸ਼ੇਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਆ ਕਰਕੇ ਬੈਠੇ ਨੇ ਤੇ ਉਹਨਾਂ ਸ਼ੇਰਾਂ ਨੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਸੀਸ ਝੁਕਾਇਆ ਹੈ ਨਾ, ਤੇ ਸਾਧ ਸੰਗਤ ਜੀ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਸ਼ੇਰਾਂ ਤੋਂ ਪੁੱਛਿਆ ਏ, ਕੋ ਤੁਮ ਹੋ ਕਿਉ ਕਰ ਚਲ ਆਏ, ਦੇਹੁ ਆਪਨੋ ਨਾਮ ਬਤਾਏ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛ ਰਹੇ ਨੇ ਕਿ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ, ਤੁਹਾਡਾ ਨਾਮ ਕੀ ਹੈ। ਬੋਲਨ ਸ਼ਕਤ ਦਰਸ ਤੇ ਹੋਏ, ਬੋਲੇ ਹੱਥ ਬੰਦ ਕਰ ਦੋਏ। ਹੁਣ ਸਾਧ ਸੰਗਤ ਜੀ ਆਪਣੇ ਮਨ ਦੇ ਵਿੱਚ ਸ਼ੰਕਾ ਆਵੇਗੀ ਕਿ ਭਲਾ ਸ਼ੇਰ ਵੀ ਕਦੀ ਬੋਲ ਸਕਦੇ ਨੇ, ਪਰ ਜੇਕਰ ਸਾਧ ਸੰਗਤ ਜੀ ਮਨ ਦੇ ਵਿੱਚ ਆਪਾਂ ਐਸੀ ਭਾਵਨਾ ਰੱਖਾਂਗੇ ਨਾ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮਾ, ਪਲ ਹੈ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮਾ। ਹੁਣ ਜਦੋਂ ਮਨ ਦੇ ਵਿੱਚ ਇਹ ਭਾਵਨਾ ਰੱਖਾਂਗੇ ਤੇ ਗੁਰੂ ਕਿਰਪਾ ਕਰਦਾ ਏ। ਹੁਣ ਅਜਿਹੀ ਕਿਰਪਾ ਸਾਧ ਸੰਗਤ ਜੀ ਉਹਨਾਂ ਸ਼ੇਰਾਂ ਤੇ ਹੋਈ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਹਿ ਰਹੇ ਨੇ ਕਿ ਤੁਹਾਡੇ ਦਰਸ਼ਨਾਂ ਦਾ ਇੰਨਾ ਪ੍ਰਭਾਵ ਸਾਡੇ ਉੱਪਰ ਹੋਇਆ ਏ ਕਿ ਸਾਨੂੰ ਬੋਲਣ ਦੀ ਸ਼ਕਤੀ ਮਿਲ ਗਈ ਹੈ। ਤੇ ਉਹਨਾਂ ਸ਼ੇਰਾਂ ਨੇ ਸਾਧ ਸੰਗਤ ਜੀ ਦੋਵੇਂ ਹੱਥ ਜੋੜ ਕਰਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਬਚਨ ਬਿਲਾਸ ਕੀਤੇ ਹਨ। ਆਹ ਤਾਮਸੀ ਜੂਨ ਹਮਾਰੀ, ਪਾਈ ਕਰੇ ਜੋ ਪਾਪ ਪਿਛਾਰੀ। ਤੇ ਸ਼ੇਰ ਕਹਿਣ ਲੱਗੇ ਨੇ ਕਿ ਗੁਰੂ ਜੀ ਇਹ ਜਿਹੜੀ ਸਾਨੂੰ ਜੂਨ ਪ੍ਰਾਪਤ ਹੋਈ ਹੈ ਨਾ, ਇਹ ਸਾਡੇ ਤਮੋ ਗੁਣ ਕਰਕੇ ਸਾਨੂੰ ਮਿਲੀ ਹੈ। ਤਮੋ ਗੁਣ ਦੇ ਵਸ ਹੋ ਕਰਕੇ ਅਸੀਂ ਅਨੇਕਾਂ ਪਾਪ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਸਨ, ਜਿਹੜੇ ਪਾਪਾਂ ਦੀ ਸਜ਼ਾ ਹੁਣ ਸਾਨੂੰ ਮਿਲੀ ਹੈ। ਤੇ ਇਹ ਸ਼ੇਰ ਦੀ ਜੂਨ ਜਿਹੜੀ ਅਸੀਂ ਭੋਗ ਰਹੇ ਹਾਂ।
तुमरी शरण परे ते अब ही सो कल मल नास सबई। ते हुण असी तुहाडी शरण दे विच आए हां ते सानू आस है कि ये जेड़े साडे सारे कष्ट ने वो साडे तन तो दूर हो जाणगे। हित बूजन गुर गिरा उतारी क्यों कर होवत गुजर तुम्हारी। ते गुरु नानक देव जी महाराज जी ने पूछया है कि तुहाडा गुजारा किवें हुंदा है, तुहाडे मन दी जेड़ी तृप्ति ओ किवें हुंदी है। सुनो संत बिरतंत हमारा बहु दिन बीत बिना आहारा। हुण ओ शेर साध संगत जी गुरु नानक देव जी महाराज जी नूं कह रहे ने कि संत जी सानू बहुत दिन हो गए ने, असी भुखे इस जंगल दे विच फिर रहे हां। किन्ने दिन हो गए ने सानू भोजन दी जिहड़ी प्राप्ति वो नहीं हुई। 100 जोजन इस बन के माई खाए पशु रहो अब नाई। इस जंगल दे विच 100 जोजन तक जिन्ने भी पशु सन ਉਹ ਅਸੀਂ ਪਹਿਲਾਂ ਸਾਰੇ ਮਾਰ ਕੇ ਖਾ ਲਏ ਹਨ, ਪਰ ਹੁਣ ਇਸ ਜੰਗਲ ਦੇ ਵਿੱਚ ਕੋਈ ਪਸ਼ੂ ਸਾਨੂੰ ਦਿਖਾਈ ਨਹੀਂ ਦੇ ਰਿਹਾ। ਆਬ ਹਮ बीच जान उगलावे तेह को तत छिन सब मिल खावे। ते शेर कह रहे ने कि हुण की हुंदा है जेड़ा साडे विच सौना करदा है, पाप के जिन्हों सुस्ती पैंदी है असी झटपट उन्होंने खा के अपनी तृप्ति करते हाँ। जागत रहा सदा हम ठांडे कर ही परस पर पहवा गांडे। तो हमेशा असी इस जंगल दे विच खड़े रहने हाँ, पर खड़े हो करके भी ਅਸੀਂ ਇੰਨੇ ਸੰਗਠਿਤ ਹਾਂ, ਪਰ ਸਾਡੇ ਮਨ ਦੇ ਵਿੱਚ ਹਮੇਸ਼ਾ ਇੱਕੋ ਡਰ ਬਣਿਆ ਰਹਿੰਦਾ ਹੈ। ਮਨ ਨਿਰਮਲ ਪਾਦਰ ਸੋ ਤੁਮਾਰੇ ਸ਼ੋਭਾ ਗਤ ਕਰ ਹੋਆ ਗੁਰੂ ਹਮਾਰੇ। ਤੇ ਤੁਹਾਡੇ ਦਰਸ਼ਨ ਕਰਦਿਆਂ ਸਾਰ ਇਹ ਸਾਡਾ ਜਿਹੜਾ ਭੈੜਾ ਮਨ ਸੀ ਉਹ ਸ਼ੁੱਧ ਹੋ ਗਿਆ ਏ। ਤੇ ਸਾਡੇ ਗੁਰੂ ਬਣ ਕੇ ਹੁਣ ਤੁਸੀਂ ਸਾਡੀ ਮੁਕਤੀ ਜਿਹੜੀ ਉਹ ਕਰ ਦੇਵੋ। ਸੁਨਤ ਬਿਨ ਕਾ ਬਾਨੀ ਨੋਨੀ ਤੁਮ ਕੋ ਦੇਵ ਮਾਨੁਖ ਜੋਨੀ। ਤੇ ਆਪਾਂ ਬਚਨ ਪੜ੍ਹਦੇ ਆ ਨਾ ਕਿ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਹੁਣ ਜਿਹੀ ਗੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਸ਼ੇਰਾਂ ਤੇ ਕੀਤੀ ਹੈ, ਮੇਰ ਦੀ ਦ੍ਰਿਸ਼ਟੀ ਕੀਤੀ ਹੈ ਸਾਧ ਸੰਗਤ ਜੀ ਉਹਨਾਂ ਸ਼ੇਰਾਂ ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਨਜ਼ਰ ਪਈ ਹੈ ਉਹ ਸ਼ੇਰ ਜਿਹੜੇ ਨੇ ਉਹ ਮਨੁੱਖਾ ਜੂਨ ਦੇ ਵਿੱਚ ਆ ਗਏ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਬ ਸਿੱਖੀ ਗੁਰ ਕੀ ਜੇ ਕਮਾਵੋ बिन संदेह कवल तुम पावो। हुण उस वेले गुरु नानक देव जी महाराज जी ने वचन कीता है कि जेड़ा सिक्खी नूं कमा लवेगा, गुरु दे बचनां नूं मन्नेगा, ਉਹ सारी दुनिया दे परम गति जिहड़ी ਉਹ प्राप्त कर लवेगा। सिंह जून तुमरी छुट जाए मानुख जोनी प्राप्त होए। ते हुण तुहाडी ਇਹ ਸ਼ੇਰਾਂ ਦੀ ਜੂਨੀ ਜਿਹੜੀ ਤੁਹਾਡੋਂ ਛੁੱਟ ਜਾਵੇਗੀ ਤੇ ਤੁਹਾਨੂੰ ਮਨੁੱਖਾ ਜਿਹੜਾ ਜਨਮ ਉਹ ਪ੍ਰਾਪਤ ਹੋਵੇਗਾ। ਸ਼ਬਦ ਅਭਿਆਸ ਕਰੋਗੇ ਜਬ ਹੀ ਤਨ ਹੰਤਾ ਛੁਟੋਏ ਗਤ ਤਬ ਹੀ। ਤੇ ਜਦੋਂ ਪ੍ਰਮਾਤਮਾ ਦੇ ਨਾਮ ਦਾ ਅਭਿਆਸ ਕਰੋਗੇ
ਤੁਹਾਡੇ ਮਨ ਦੀ ਜਿਹੜੀ ਹੰਗਤਾ ਏ, ਤੁਹਾਡੇ ਮਨ ਦੀ ਜਿਹੜੀ ਹਉਮੈ ਹੈ, ਉਹ ਸਾਰੀ ਦੂਰ ਹੋ ਜਾਵੇਗੀ, ਜਿਹਦੇ ਕਾਰਨ ਤੁਸੀਂ ਮੁਕਤੀ ਪਾ ਲਵੋਗੇ। ਆਸ ਕੈ ਬਿਦਾ ਹੋਏ ਜਗ ਸਾਈ, ਗਮਨੈ ਨਗਰ ਤੋਜ ਥਾਈ। ਹੁਣ ਇਸ ਤਰ੍ਹਾਂ ਦੇ ਬਚਨ ਕਰਕੇ ਉਹਨਾਂ ਸ਼ੇਰਾਂ ਨੂੰ ਸਾਧ ਸੰਗਤ ਦੀ ਮਾਨਸ ਜੋਨ ਜਿਹੜੀ ਪ੍ਰਦਾਨ ਕਰਕੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਥੋਂ ਵਿਦਾ ਹੋਏ ਨੇ। ਤੇ ਹੁਣ ਪਹੁੰਚੇ ਕਿੱਥੇ ਨੇ? ਜਿੱਥੇ ਇੱਕ ਵਿਸ਼ਾਲ ਨਗਰ ਸੀ। ਬੈਸੇ ਰਹਿ ਸਮੀਪ ਸੁਪੁਰ ਕੇ, ਨਰ ਆਏ ਦਰਸ਼ਨ ਹਿਤ ਗੁਰ ਕੇ। ਹੁਣ ਜਿਹੜੇ ਨਗਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜਾ ਕਰਕੇ ਪਹੁੰਚੇ ਨੇ, ਤੇ ਸਾਧ ਸੰਗਤ ਜੀ ਉਸ ਨਗਰ ਦੇ ਵਿੱਚ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਏ ਹਨ। ਕਹਿਣ ਲਗੇ ਤੁਮ ਕਿਹ ਬਿਦ ਆਏ, ਕਿਨਹੁ ਸਿੰਘ ਨਾ ਮਗ ਮੈਂ ਖਾਏ। ਤੇ ਨਗਰ ਦੇ ਲੋਕ ਪੁੱਛਣ ਲੱਗੇ ਨੇ ਕਿ ਤੁਹਾਡੇ ਆਉਣ ਦਾ ਮਕਸਦ ਕੀ ਹੈ, ਕਿਸ ਪ੍ਰਕਾਰ ਤੁਸੀਂ ਇਸ ਨਗਰ ਦੇ ਵਿੱਚ ਆਏ ਹੋ। ਤੇ ਰਸਤੇ ਵਿੱਚ ਕਿਸੇ ਨੇ ਸ਼ੇਰਾਂ ਨੂੰ ਨਹੀਂ ਖਾਧਾ। ਤੇ ਜਦੋਂ ਸਾਧ ਸੰਗਤ ਜੀ ਇਹ ਗੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਣੀ ਹੈ, ਸੋ ਜੋ ਜਨ ਲੋ ਪਸ ਨਰ ਕੋ, ਛੋਟਿਓ ਕਛ ਨਾ ਖਾਏਗੇ ਸੋ। ਤੇ ਕਹਿਣ ਲੱਗੇ ਨੇ ਕਿ ਉਹ ਜਿਹੜੇ ਸ਼ੇਰ ਸਨ, 100 ਯੋਜਨਾ ਤੱਕ ਉਹਨਾਂ ਨੇ ਕੋਈ ਵੀ ਜਾਨਵਰ ਨਹੀਂ ਛੱਡਿਆ, ਤੇ ਉਹ ਤਾਂ ਸਭ ਕੁਝ ਖਾ ਗਏ ਸਨ, ਪਰ ਤੁਸੀਂ ਕਿੱਦਾਂ ਬਚ ਗਏ। ਹਮਨੇ ਨਗਰ ਪਾਏ ਗਿਰ ਉਪਰ, ਰਹਿਤ ਸੋ ਜਗ ਹੁਆ ਤੋ ਪਨ ਕੋ ਧਰ। ਉਹਨਾਂ ਸ਼ੇਰਾਂ ਦੇ ਡਰ ਕਾਰਨ ਅਸੀਂ ਇਹ ਨਗਰ ਜਿਹੜਾ ਪਹਾੜਾਂ ਦੇ ਉੱਪਰ ਵਸਾਇਆ ਏ, ਤਾਂ ਹਮੇਸ਼ਾ ਉਹਨਾਂ ਸ਼ੇਰਾਂ ਦੇ ਡਰ ਤੋਂ ਅਸੀਂ ਆਪਣੀਆਂ ਜਿਹੜੀਆਂ ਤੋਪਾਂ ਏ ਉਹ ਤਿਆਰ ਕਰਕੇ ਰੱਖਦੇ ਹਾਂ। ਜਬ ਆਵਹਿ ਛੋਟਹਿ ਇੱਕ ਬਾਰੇ, ਤਿਨ ਕੋ ਮੋਰ ਗੋਲ ਨ ਮਾਰੇ। ਤੇ ਜਦੋਂ ਵੀ ਉਹ ਸ਼ੇਰ ਸਾਡੇ ਨਗਰ ਦੇ ਵਿੱਚ ਆਉਂਦੇ ਨੇ, ਅਸੀਂ ਇਹ ਸਾਰੀਆਂ ਤੋਪਾਂ ਉਹਨਾਂ ਦੇ ਉੱਪਰ ਚਲਾ ਦਿੰਦੇ ਹਾਂ, ਜਿਹਦੇ ਕਾਰਨ ਸਾਰੇ ਜਿਹੜੇ ਸ਼ੇਰ ਨੇ ਉਹ ਵਾਪਸ ਮੁੜ ਜਾਂਦੇ ਹਨ। ਗੁਰੂ ਕਹਾ ਅਮਗੇ ਤਿਨ ਪਾਸਾ, ਸੋ ਹਿੰਸਾ ਦੇ ਭਏ ਨਿਰਾਸਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਅਸੀਂ ਉਹਨਾਂ ਦੇ ਪਾਸ ਗਏ ਸੀ, ਪਰ ਉਹਨਾਂ ਸ਼ੇਰਾਂ ਨੇ ਹੁਣ ਜੀਵ ਹੱਤਿਆ ਦਾ ਤਿਆਗ ਜਿਹੜਾ ਉਹ ਕਰ ਦਿੱਤਾ ਹੈ। ਹਮ ਸਭ ਹੀ ਕੋ ਸਿੱਖ ਕਰ ਆਏ, ਕਿਤਕ ਕਾਲ ਮੈਂ ਸਭ ਮਰ ਜਾਏ। ਤੇ ਅਸੀਂ ਉਹ ਜਿਹੜੇ ਉਹ ਸ਼ੇਰ ਨੇ ਉਹਨਾਂ ਸਾਰਿਆਂ ਨੂੰ ਸਿੱਖ ਬਣਾ ਆਏ ਹਾਂ, ਤੇ ਕੁਝ ਸਮਾਂ ਲੱਗੇਗਾ ਜਦੋਂ ਉਹ ਸਾਰੇ ਖਤਮ ਹੋ ਜਾਣਗੇ। ਪੁਰ ਕੇ ਨਰ ਸੁਨ ਕਰ ਇਵ ਗਾਥਾ, ਗੁਰ ਕੇ ਚਰਨ ਤਰੇ ਨਿਜ ਮਾਥਾ। ਤੇ ਜਦੋਂ ਸਾਧ ਸੰਗਤ ਜੀ ਨਗਰ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇਹ ਬਚਨ ਸੁਣੇ ਨੇ, ਸਾਰੇ ਨਗਰ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਜਿਹੜਾ ਉਹ ਟੇਕਿਆ। ਕਹ ਸੋ ਤਿਨ ਕੋ ਦੁਖ ਥੋ ਪਾਰੀ, ਸੋ ਰਾਵਰ ਕੀਨੋ ਨਿਰਵਾਰੀ। ਤੇ ਗੁਰੂ ਜੀ ਕਹਿ ਰਹੇ ਨੇ ਕਿ ਉਹ ਜਿਹੜੇ ਸ਼ੇਰ ਸਨ, ਜਿਨ੍ਹਾਂ ਤੋਂ ਤੁਹਾਨੂੰ ਭਾਰੀ ਦੁੱਖ ਸੀ, ਜਿਨ੍ਹਾਂ ਤੋਂ ਤੁਹਾਨੂੰ ਭਾਰੀ ਕਲੇਸ਼ ਸਨ, ਅੱਜ ਮੈਂ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਦਿਵਾ ਦਿੱਤਾ ਹੈ। ਪੂਰਨ ਸੰਤ ਕਲਾ ਧਰ ਪੂਰੀ,
करियो हमारो पै बड़ दूरी। ਉਹ ਨਗਰ ਦੇ ਲੋਕ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਨੇ ਕਿ ਗੁਰੂ ਜੀ ਤੁਸੀਂ ਤਾਂ ਕੋਈ ਪੂਰਨ ਸੰਤ ਹੋ, ਬਹੁਤ ਜ਼ਿਆਦਾ ਸ਼ਕਤੀਵਾਨ ਹੋ, ਜਿਨ੍ਹਾਂ ਨੇ ਸਾਡਾ ਵੱਡਾ ਜਿਹੜਾ ਡਰ ਸੀ ਉਹ ਸਾਰਾ ਦੂਰ ਕਰ ਦਿੱਤਾ ਹੈ। ਲੈ ਉਪਦੇਸ਼ ਸਿੱਖ ਸਭ ਹੋਏ, ਪਾਹੁਲ ਲਈ ਗੁਰੂ ਭਗਤ ਹੋਏ। ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਇਹ ਬਚਨ ਕੀਤੇ ਨੇ ਤੇ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਪਦੇਸ਼ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਧ ਸੰਗੀ ਸਿੱਖ ਬਣ ਗਏ ਨੇ। ਤੇ ਉਸ ਦਿਨ ਤੋਂ ਉਹਨਾਂ ਦਾ ਜੀਵਨ ਜਿਹੜਾ ਉਹ ਬਦਲਣਾ ਸ਼ੁਰੂ ਹੋ ਗਿਆ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਅਸਥਾਨ ਤੇ ਬਹੁਤ ਸਮਾਂ ਵਿਸਰਾਮ ਕੀਤਾ ਹੈ ਤੇ ਬਿਨਾਂ ਦੇਰੀ ਕੀਤੇ ਹੁਣ ਉਸ ਅਸਥਾਨ ਤੋਂ ਚੱਲ ਪਏ ਨੇ। ਇਹ ਸੀ ਪਹਿਲਾ ਖੰਡ। ਹੁਣ ਸਾਧ ਸੰਗਤ ਜੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਅਗਲੇ ਖੰਡ ਜਿਹਦਾ ਨਾਂ ਹਿਰਨ ਖੰਡ ਹੈ ਉਸ ਅਸਥਾਨ ਤੇ ਪਹੁੰਚੇ ਨੇ। ਉਸ ਅਸਥਾਨ ਦੇ ਸਾਧ ਸੰਗਤ ਜੀ ਕਥਾ ਜਿਹੜੀ ਉਹ ਕੱਲ ਆਪਾਂ ਸਰਵਣ ਕਰਾਂਗੇ। ਆਓ ਸੁਰਤੀਆਂ ਬਿਰਤੀਆਂ ਨੂੰ ਕਰੀਏ ਇਕਾਗਰਚਿਤ। एक शब्द पढ़ना है, वो शब्द की है पूरा प्रभु आराध्या, पूरा प्रभु आराध्या। पूरा प्रभु आराध्या, पूरा प्रभु आराध्या। पूरा जागना, पूरा जागना, पूरा जागना, पूरा जागना, पूरा जागना, पूरा जागना। नानक पूरा पाया, नानक पूरा पाया। नानक पूरा पाया, नानक पूरा पाया। पूरे के गुण गाओ, पूरे के गुण गाओ। 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 पूरा प्रभु आराध्या,
पूरा प्रभ आराध्या। पूरा प्रभ आराध्या, पूरा प्रभ आराध्या। पूरा प्रभ आराध्या, पूरा प्रभ आराध्या। पूरा प्रभ आराध्या। वाहिगुरु जी का खालसा, वाहिगुरु जी की फतेह।